VSS ऑनलाइन टीवी देख रहे ਸਾਰੇ ਹੀ ਸਰੋਤਿਆਂ ਨੂੰ ਮੇਰੇ ਯਾਨੀ ਕਿ ਸੋਨੂ ਨਾਹਰ ਵੱਲੋਂ ਬਹੁਤ ਹੀ ਪਿਆਰ ਭਰੀ ਜੈ ਵਾਲਮੀਕੀ ਤੇ ਅੰਮ੍ਰਿਤ ਵਰਖਾ ਮਹਿਮਾ ਭਗਵਾਨ ਵਾਲਮੀਕੀ ਜੀ ਦੀ ਇਸ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਔਰ ਸਭ ਤੋਂ ਪਹਿਲਾਂ ਉਹਨਾਂ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਭੈਣ ਭਰਾ VSS ऑनलाइन टीवी ਦੇ ਜ਼ਰੀਏ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਔਰ ਉਸ ਤੋਂ ਬਾਅਦ ਫੇਸਬੁੱਕ ਜਾਂ VSS ऑनलाइन टीवी ਦਾ YouTube ਚੈਨਲ ਹੈ, ਚਾਹੇ WhatsApp ਦੇ ਜ਼ਰੀਏ ਤੁਸੀਂ ਇੱਕ ਦੂਸਰੇ ਨੂੰ ਵੀਡੀਓ ਸ਼ੇਅਰ ਕਰਕੇ ਦੇਖਦੇ ਹੋ ਔਰ ਆਪਣੇ ਵਿਚਾਰ ਜਿਹੜੇ ਹੈ ਉਹ ਮੇਰੇ ਤੱਕ ਪਹੁੰਚਦੇ ਕਰਦੇ ਹੋ। ਇਹਦੇ ਲਈ ਮੈਂ ਉਹਨਾਂ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ। ਅੱਜ ਦਾ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਆਪ ਸਾਰਿਆਂ ਦੇ ਰੂਬਰੂ ਹੋਏ ਹਾਂ। ਅੱਜ ਦਾ ਜਿਹੜਾ ਇਹ ਸਪੈਸ਼ਲ ਪ੍ਰੋਗਰਾਮ ਹੈ ਉਹ ਵਿਜੇ ਦਿਵਸ ਨੂੰ ਜਿਹੜਾ ਆ ਉਹ ਮੁੱਖ ਰੱਖਦਿਆਂ ਇਹ ਪ੍ਰੋਗਰਾਮ ਆਪ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗੇ। ਔਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਵੱਲੋਂ VSS ऑनलाइन टीवी ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਵਿਜੇ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਵਿਜੇ ਦਿਵਸ ਕੀ ਹੈ, ਇਹ ਵਿਜੇ ਦਿਵਸ ਕਿਸ ਤਰ੍ਹਾਂ ਸ਼ੁਰੂ ਹੋਇਆ, ਇਹਦਾ ਇਤਿਹਾਸ ਕੀ ਹੈ, ਇਹਦੇ ਸੰਬੰਧ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕਰਾਂਗੇ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਬੈਠੇ ਨੇ, ਆਪਾਂ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ। ਔਰ ਸ਼੍ਰੀਮਾਨ ਪ੍ਰਗਟ ਭਗਾਨੀਆ ਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਭਗਾਨੀਆ ਸਾਹਿਬ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਜੈ ਵਾਲਮੀਕੀ ਜੀ। ਜੈ ਵਾਲਮੀਕੀ ਜੀ। ਔਰ ਇੱਕ ਵਾਰ ਫਿਰ ਆਪ ਜੀ ਦਾ VSS ऑनलाइन टीवी ਤੇ ਬਹੁਤ ਬਹੁਤ ਸਵਾਗਤ ਹੈ ਔਰ ਆਪ ਜੀ ਨੂੰ ਮੇਰੇ ਵੱਲੋਂ ਵਿਜੇ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਹੈ ਉਹ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵਿਜੇ ਦਿਵਸ ਦੇ ਬਾਰੇ ਆਪਾਂ ਜਿਹੜੀ ਹੈ ਵਿਚਾਰ ਵਟਾਂਦਰੇ ਕਰਨੇ ਆ। ਸੋ ਆਪਾਂ ਪਹਿਲਾਂ ਭਗਾਨੀਆ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਵਿਜੇ ਦਿਵਸ ਦੇ ਸੰਬੰਧ ਦੇ ਵਿੱਚ ਸੰਗਤਾਂ ਨੂੰ ਮੁਬਾਰਕਾਂ ਦੇਣੀਆਂ ਚਾਹੋ ਜਾਂ ਕੀ ਕਹਿਣਾ ਚਾਹੋਗੇ ਪਹਿਲਾਂ? VSS ऑनलाइन टीवी ਦੇ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਵਾਲਮੀਕੀ। ਅੱਜ ਦਾ ਜੋ ਦਿਹਾੜਾ ਸੋਨੂ ਜੀ ਨੇ ਦੱਸਿਆ ਵਿਜੇ ਦਿਵਸ, ਇਹ ਜੋ ਦਿਹਾੜਾ ਹੈ ਇਹ ਯੁੱਗਾਂ ਯੁੱਗਾਂ ਤੋਂ ਹੀ ਚੱਲਿਆ ਆਉਂਦਾ ਹੈ। ਉਹ ਕਲਯੁੱਗ ਦੇ ਵਿੱਚ ਸਾਡੀ ਨਜ਼ਰ ਦੇ ਵਿੱਚ ਸਾਹਿਬ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਨੇ ਲਿਆਂਦਾ ਹੈ, ਜਿਹਨੂੰ ਕਿ ਸੰਤ ਸਮਾਗਮ ਕਹਿ ਕੇ ਮਨਾਇਆ ਜਾਂਦਾ ਹੈ। ਜਗਤਗੁਰੂ ਵਾਲਮੀਕੀ ਮਹਾਰਾਜ ਮੰਦਿਰ ਗਿਆਨ ਆਸ਼ਰਮ ਵਿਖੇ ਔਰ ਵਾਲਮੀਕ ਤੀਰਥ ਤੇ ਵੀ ਸਾਹਿਬ ਸਤਿਗੁਰੂ ਗਿਆਨਨਾਥ ਜੀ ਮਨਾਉਂਦੇ ਸੀ ਔਰ ਹੁਣ ਵੀ ਇਸ ਟਾਈਮ ਵੀ ਮਨਾਇਆ ਜਾ ਰਿਹਾ ਹੈ। ਔਰ ਇਹ ਮੇਲਾ ਇੱਡਾ ਵੱਡਾ ਹੁੰਦਾ ਸੀਗਾ ਕਿ ਇੱਕ ਹਫ਼ਤਾ ਪਹਿਲੋਂ ਤੇ ਇੱਕ ਹਫ਼ਤਾ ਬਾਅਦ ਚ ਮਨਾਇਆ ਜਾਂਦਾ ਸੀ, ਯਾਨੀ ਕਿ 2 ਹਫ਼ਤੇ ਇੰਦਾ ਹੀ ਰਹਿੰਦਾ ਸੀ ਤੇ ਰੌਣਕ ਵੀ ਉੱਥੇ ਬਹੁਤ ਹੁੰਦੀ ਸੀਗੀ, ਸਟਿਲ ਲੱਗੀ ਹੁੰਦੀ ਹੈ ਰੌਣਕ। ਲੇਕਿਨ ਇਸ ਦੀ ਜੋ ਹਿਸਟਰੀ ਹੈ ਇਹ ਤ੍ਰੇਤਾ ਯੁੱਗ ਦੇ ਵਿੱਚ ਸ਼ੁਰੂ ਹੋਇਆ ਸੀ। ਕਦੋਂ ਸ਼ੁਰੂ ਹੋਇਆ ਸੀ? ਜਦੋਂ ਕਿ ਰਾਮਚੰਦਰ ਜੀ ਨੇ ਆਪਣਾ ਘੋੜਾ ਛੱਡਿਆ ਔਰ ਉਹਨਾਂ ਨੇ ਇਹ ਕੰਡੀਸ਼ਨ ਰੱਖੀ ਸੀ ਵੀ ਜਿੱਥੇ ਜਿੱਥੇ ਵੀ ਮਤਲਬ ਉਹ ਫਿਰੂਗਾ ਔਰ ਜਿਹਨੇ ਉਹ ਘੋੜਾ ਰੋਕਿਆ ਉਹਦੇ ਨਾਲ ਹੀ ਯੁੱਧ ਕਰਕੇ ਤਾਂ ਉਹਦਾ ਬਲੀ ਦੇਵਾਂਗੇ। ਸੋ ਜਿਸ ਵੇਲੇ ਉਹ ਘੋੜਾ ਆਪਣੀ ਭਗਵਾਨ ਵਾਲਮੀਕ ਮਹਾਰਾਜ ਦੀ ਕੁਟੀਆ ਤੇ ਗਿਆ ਤਾਂ ਲੋਕ ਨੇ ਉਹ ਘੋੜੇ ਨੂੰ ਪਕੜਿਆ ਔਰ ਸ਼ਤਰੂ ਘੋੜੇ ਦੇ ਪਿੱਛੇ ਪਿੱਛੇ ਜਾਂਦਾ ਸੀਗਾ ਔਰ ਉਹਦੇ ਨਾਲ ਸੈਨਾ ਜਾਂਦੀ ਸੀ, ਤਕਰੀਬਨ 50,000 ਸੈਨਾ ਸੀ ਉਹਦੇ ਨਾਲ। ਔਰ ਲੋਕ ਕੁਛ ਨੇ ਉਹਦਾ ਵੱਧ ਕੀਤਾ, ਉਹਨੂੰ ਮੂਸ਼ਾ ਦਿੱਤੀ। ਉਸ ਤੋਂ ਤੁਰੰਤ ਬਾਅਦ ਲਕਸ਼ਮਣ ਜੀ ਆਏ, ਉਹਦੇ ਨਾਲ ਵੀ ਬਹੁਤ ਸੈਨਾ ਸੀਗੀ, ਤਕਰੀਬਨ 1,30,000 ਸੈਨਾ ਉਹਦੇ ਨਾਲ ਸੀਗੀ।
ਉਹਨੂੰ ਵੀ ਮੂਸ਼ਾ ਕਰਕੇ ਲਵ ਕੁਸ਼ ਨੇ ਜਿੱਤ ਪਾਈ। ਉਸ ਤੋਂ ਉਪਰੰਤ ਭਾਰਤ ਜੀ ਆਏ, ਉਹਦੇ ਨਾਲ 16 ਲੱਖ ਸੈਨਾ ਸੀਗੀ ਔਰ ਉਹਨੂੰ ਵੀ ਉਹਨਾਂ ਨੇ ਮੂਸ਼ਾ ਕੀਤਾ। ਔਰ ਉਸ ਤੋਂ ਬਾਅਦ ਨਾਲ ਹੀ ਉਸ ਤੋਂ ਬਾਅਦ ਰਾਮਚੰਦਰ ਜੀ ਆਏ ਤੇ ਰਾਮਚੰਦਰ ਨੂੰ ਵੀ ਦੇ ਨਾਲ ਵੀ 16 ਲੱਖ 28,000 ਸੈਨਾ ਸੀਗੀ, ਲੇਕਿਨ ਉਹਦੇ ਵਿੱਚ ਸਾਰੇ ਜਿਵੇਂ ਹਨੂਮਾਨ ਸਾਰੇ ਯੋਧੇ ਸੀਗੇ ਨਾਲ, ਜੀ ਉਹਨੂੰ ਵੀ ਉਹਨਾਂ ਨੇ ਸਰਜੀਤ ਕੀਤਾ, ਮੂਸ਼ਾ ਕੀਤਾ ਰਾਮਚੰਦਰ ਨੂੰ। ਉਸ ਤੋਂ ਉਪਰੰਤ ਹਲਾਕਾਰ ਹੋ ਗਈ, ਸੀਤਾ ਨੂੰ ਬਲਾਤ ਕਰਨ ਲੱਗ ਪਈ। ਉਹਨਾਂ ਨੇ ਭਗਵਾਨ ਵਾਲਮੀਕ ਮਹਾਰਾਜ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ ਕਿ ਰਾਮਚੰਦਰ ਨੂੰ ਮੇਰੇ ਬਾਲਕਾਂ ਨੇ ਮਾਰ ਦਿੱਤਾ ਹੈ। ਜੀ ਤੇ ਕਾਫੀ ਬਲਾਪਿਆ ਕਰਦੀ ਸੀ, ਰੁਦਰ ਕਰਦੀ ਸੀ ਭਗਵਾਨ ਵਾਲਮੀਕ ਮਹਾਰਾਜ ਅੱਗੇ। ਉਹਨਾਂ ਦੀ ਮਨ ਇੱਛਾ ਸੀ ਵੀ ਜਿਹੜੀ ਸ਼ਕਤੀ ਦੇ ਨਾਲ ਕੁਸ਼ ਨੂੰ ਤੁਸੀਂ ਪ੍ਰਗਟ ਕੀਤਾ, ਇਸ ਸ਼ਕਤੀ ਦੇ ਨਾਲ ਤੁਸੀਂ ਸਾਰੀ ਸੈਨਾ ਨੂੰ, ਰਾਮਚੰਦਰ ਜੀ ਨੂੰ, ਉਹਦੇ ਭਰਾਵਾਂ ਨੂੰ ਵੀ ਜਿੰਦੇ ਕਰੋ। ਸੋ ਇਹ ਅਰਜ਼ ਸੁਣ ਕੇ ਭਗਵਾਨ ਵਾਲਮੀਕ ਮਹਾਰਾਜ ਨੇ ਅੰਮ੍ਰਿਤ ਛਕਾਇਆ ਤੇ ਅੰਮ੍ਰਿਤ ਦੀ ਵਰਖਾ ਕੀਤੀ ਤੇ ਇਸ ਤਰੀਕੇ ਨਾਲ ਸਾਰੀ ਸੈਨਾ, ਰਾਮਚੰਦਰ ਦੇ ਚਾਰੇ ਭਰਾ ਔਰ ਹਨੂਮਾਨ ਨੂੰ ਵੀ ਕੱਚੇ ਤੰਗੇ ਨਾਲ ਉਹਨਾਂ ਨੇ ਬੰਨ੍ਹ ਲਿਆ ਸੀ। ਜੀ ਸੋ ਸਾਰੀ ਸੈਨਾ ਉਹਨਾਂ ਨੇ ਜੀਵਤ ਕਰਕੇ, ਰਾਮਚੰਦਰ ਦੇ ਚਾਰੇ ਭਰਾ ਜੀਵਤ ਕਰਕੇ, ਤੇ ਉਹਨਾਂ ਨੇ ਇਹ ਜੋ ਦਿਨ ਸੀਗਾ, ਉਸ ਦਿਨ ਤੋਂ ਬਾਅਦ ਸੁਨੂੰ ਸਾਹਿਬ ਜੀ, ਰਾਮਚੰਦਰ ਜੀ ਉਸ ਤੀਰਥ ਸੇ ਆਉਂਦੇ ਰਹੇ ਆ ਔਰ ਬਹੁਤ ਹੀ ਸੰਤ ਮਹਾਤਮਾ ਉਸ ਦਿਨ ਤੇ ਇਕੱਠੇ ਹੁੰਦੇ ਸੀ। ਜੀ ਔਰ ਤਾਂ ਹੀ ਕਰਕੇ ਇਸ ਦਿਨ ਦਾ ਨਾਮ ਸੰਤ ਸਮਾਗਮ ਉਦੋਂ ਤੋਂ ਚੱਲਿਆ ਹੁੰਦਾ ਹੈ। ਜੀ ਲੇਕਿਨ ਕਈ ਆਪਣੇ ਹੈਗੇ ਆ ਜਿਹੜੇ ਵਿਜੇ ਦਿਵਸ ਨਾਲ ਵੀ ਮੰਨਦੇ ਹਨ। ਜੀ ਸੋ ਇਸ ਕਰਕੇ ਸੰਤ ਸਮਾਗਮ ਦਿਹਾੜੇ ਦੀ ਮੈਂ ਆਪਣੇ ਵੱਲੋਂ ਤੇ ਜਗਤਗੁਰੂ ਵਾਲਮੀਕ ਜੀ ਮਹਾਰਾਜ ਮੰਦਿਰ ਗਿਆਨ ਆਸ਼ਰਮ ਵਿਖੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸੋ ਸੋਨੂੰ ਸਾਹਿਬ, ਇਹ ਹੈਗੀ ਆ ਸੰਤ ਸਮਾਗਮ ਦੇ ਦਿਨ ਦੀ ਜਿਹੜਾ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ। ਜੀ ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਭਗਾਨੀਆ ਸਾਹਿਬ। ਸੋ ਸ਼੍ਰੀਮਾਨ ਪ੍ਰਗਟ ਭਗਾਨੀਆ ਜੀ ਉਹਨਾਂ ਨੇ ਛੋਟੀਆਂ ਜਿਹੜੀਆਂ ਵਿੱਚੋਂ ਪੁਆਇੰਟ ਉਹਨਾਂ ਨੇ ਜਿਹੜੇ ਸੀ ਉਹ ਵਿਜੇ ਦਿਵਸ ਬਾਰੇ ਜਿਹੜੇ ਸੰਗਤਾਂ ਦੇ ਨਾਲ ਸਾਂਝੇ ਕੀਤੇ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਨੇ ਮੇਨ ਪੁਆਇੰਟ ਜਿਹੜੇ ਸੀ ਸੰਗਤਾਂ ਨੂੰ ਦੱਸੇ ਆ। ਇੱਥੇ ਕਿਉਂਕਿ ਸਮੇਂ ਦੀ ਥੋੜ੍ਹੀ ਜਿਹੀ ਨਜ਼ਾਕਤ ਹੁੰਦੀ ਹੈ, ਆਪਾਂ ਜਦੋਂ ਟੀਵੀ 'ਤੇ ਪ੍ਰੋਗਰਾਮ ਦਿੰਦੇ ਹਾਂ ਤਾਂ ਉੱਥੇ ਆਪਾਂ ਨੂੰ ਸਮੇਂ ਦਾ ਵੀ ਖਿਆਲ ਰੱਖਣਾ ਪੈਂਦਾ, ਔਰ ਇਸ ਕਰਕੇ ਉਹਨਾਂ ਨੇ ਥੋੜ੍ਹੀਆਂ ਜਿਹੀਆਂ ਸੰਖੇਪ ਦੇ ਵਿੱਚ ਗੱਲਾਂ ਦੱਸੀਆਂ। ਮੈਂ ਥੋੜ੍ਹਾ ਜਿਹਾ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਵਿਸਥਾਰ ਦੇ ਨਾਲ ਸੰਗਤਾਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਨਾ ਚਾਹਾਂਗਾ। ਜਿਸ ਤਰ੍ਹਾਂ ਭਗਾਨੀਆ ਸਾਹਿਬ ਉਹਨਾਂ ਨੇ ਦੱਸਿਆ ਕਿ ਪੁਰਾਣੇ ਸਮੇਂ ਦਾ ਸਪਤ ਸਿੱਧੂ, ਜਿਹੜੇ ਕਿ 7 ਦਰਿਆਵਾਂ ਦੀ ਧਰਤੀ ਜਿਹੜੀ ਸੀ ਪੁਰਾਣੇ ਸਮੇਂ ਦੇ ਵਿੱਚ, ਜਦੋਂ ਔਰ ਜਿਹਨੂੰ ਅੱਜ ਆਪਾਂ ਪੰਜਾਬ ਦੇ ਨਾਂ ਦੇ ਨਾਲ ਜਾਣਦੇ ਹਾਂ, ਕਿਉਂਕਿ ਉਸ ਸਮੇਂ ਉਹਨੂੰ ਸਪਤ ਸਿੱਧੂ ਕਿਹਾ ਜਾਂਦਾ ਸੀ। 7 ਦਰਿਆ ਜਿਹੜੇ ਉੱਥੇ ਵਗਦੇ ਸੀ। ਉਸ ਤੋਂ ਬਾਅਦ ਫਿਰ ਜਦੋਂ 7 ਚੋਂ ਜਿਹੜੇ ਉਹ 5 ਦਰਿਆ ਰਹਿ ਗਏ, ਫਿਰ ਉਹਨੂੰ ਪੰਜਾਬ ਕਹਿਣਾ ਸ਼ੁਰੂ ਕਰ ਦਿੱਤਾ ਤੇ ਅੱਜ ਜਿਹੜੇ ਆਪਾਂ ਉਹਨੂੰ ਪੰਜਾਬ ਦਾ ਜਿਹੜਾ ਹੈ ਨਾਂ ਦਿੰਦੇ ਹਾਂ। ਤੇ ਉਸ ਵਕਤ ਉਸ ਅਸਥਾਨ ਦਾ ਨਾਂ ਜਿਹੜਾ ਸੀ ਉਹ ਖੈਬਣ ਬਣ ਸੀ, ਜਿਸ ਅਸਥਾਨ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ਰਮ ਅੱਜ ਹੈ। ਉਸ ਅਸਥਾਨ ਦਾ ਨਾਂ ਉਸ ਵਕਤ ਖੈਬਣ ਬਣ ਸੀ। ਔਰ ਰਾਜਾ ਰਾਮਚੰਦਰ ਜਦੋਂ ਰਾਵਣ ਨੂੰ ਹਰਾ ਕੇ ਉਸ ਤੋਂ ਬਾਅਦ ਹੋਰ ਰਾਜਿਆਂ ਨੂੰ ਜਦੋਂ ਹਰਾਉਂਦਾ ਹੈ ਤਾਂ ਉਹਨੇ ਇੱਕ ਘੋੜਾ ਜਿਹੜਾ ਛੱਡਿਆ। ਔਰ ਘੋੜਾ ਛੱਡਣਾ ਜਿਹੜਾ ਸੀ ਉਹ ਇੱਕ ਅਹੰਕਾਰ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਸੀ, ਇੱਕ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਕਿ ਇਹ ਘੋੜਾ ਜਿੱਥੋਂ ਵੀ ਜਾਵੇਗਾ, ਉਹਨਾਂ ਨੇ ਇੱਕ ਉੱਥੇ ਲਿਖ ਕੇ ਲਾਇਆ ਕਿ ਜਿੱਥੋਂ ਦੀ ਵੀ ਇਹ ਘੋੜਾ ਲੰਘੇਗਾ, ਉਹ ਦੇਸ਼ ਜਿਹੜਾ ਹੈ, ਉਹ ਰਾਜ ਜਿਹੜਾ ਹੈ, ਉਹ ਸਾਡੇ ਅੰਡਰ ਆ ਜਾਏਗਾ। ਅਗਰ ਕੋਈ ਰਾਜਾ ਇਸ ਘੋੜੇ ਨੂੰ ਪਕੜਦਾ ਹੈ ਤਾਂ ਉਹ ਸਾਡੇ ਨਾਲ ਯੁੱਧ ਕਰੇਗਾ ਤੇ ਅਸੀਂ ਉਹਨੂੰ ਹਰਾ ਕੇ ਉਹ ਰਾਜ ਜਿਹੜਾ ਆਪਣੇ ਅਧੀਨ ਕਰਾਂਗੇ। ਖੈਰ, ਉਹ ਘੋੜਾ ਜਦੋਂ ਚੱਲਦਾ ਖੈਬਣ ਬਣ ਭਗਵਾਨ ਵਾਲਮੀਕੀ ਆਸ਼ਰਮ ਦੇ ਨੇੜੇ ਜਦੋਂ ਪਹੁੰਚਿਆ ਤਾਂ ਉਸ ਘੋੜੇ ਨੂੰ ਲਵ ਕੁਸ਼ ਨੇ ਜਿਹੜਾ ਪਕੜਿਆ। ਆਪਾਂ ਇਹਦੀ ਵੈਸੇ ਭਗਾਨੀਆ ਸਾਹਿਬ ਉਹਨਾਂ ਨੇ ਦੱਸ ਵੀ ਦਿੱਤਾ, ਪਰ ਸੰਖੇਪ ਦੇ ਵਿੱਚ ਜਿਹੜਾ ਜ਼ਿਆਦਾ ਨਹੀਂ ਜਾਣਾ ਕਿਉਂਕਿ ਸਮੇਂ ਦੀ ਥੋੜ੍ਹੀ ਜਿਹੀ ਪਾਬੰਦੀ ਹੈ। ਫਿਰ ਉੱਥੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਯੁੱਧ ਹੋਇਆ ਰਾਮਚੰਦਰ ਦਾ ਔਰ ਉਹਦੀ ਸੈਨਾ ਦਾ, ਉਹਦੇ ਭਰਾਵਾਂ ਦਾ, ਲਵ ਕੁਸ਼ ਦੇ ਨਾਲ। ਤਾਂ ਇਹ ਯੁੱਧ ਜਿਹੜਾ ਸੀ ਉਹ ਕਈ ਮਹੀਨੇ ਤੱਕ ਯੁੱਧ ਜਿਹੜਾ ਇਹ ਚੱਲਿਆ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਤਕਰੀਬਨ
ਅਯੁੱਧਿਆ ਤੋਂ ਅੰਮ੍ਰਿਤਸਰ ਦੀ ਦੂਰੀ ਜਿਹੜੀ ਆ 1200 ਕਿਲੋਮੀਟਰ ਦੀ ਜਿਹੜੀ ਆ ਦੂਰੀ ਹੈ, ਔਰ ਉਸ ਸਮੇਂ ਦੇ ਵਿੱਚ ਸੈਨਾ ਜਿਹੜੀ ਸੀ ਉਹ ਘੋੜਿਆਂ ਤੇ ਜਾਂ ਹਾਥੀਆਂ ਤੇ ਜਾਂ ਪੈਦਲ ਹੋਇਆ ਕਰਦੀ ਸੀ। ਤਾਂ ਤਕਰੀਬਨ ਜੇ ਆਪਾਂ ਲਗਾਤਾਰ ਵੀ ਚੱਲਦੇ ਹਾਂ ਤਾਂ 200 ਘੰਟਾ ਜਿਹੜਾ ਆ ਉਹ ਅਯੁੱਧਿਆ ਤੋਂ ਅੰਮ੍ਰਿਤਸਰ ਪਹੁੰਚਣ ਨੂੰ ਲੱਗਦਾ ਹੈ, ਲਗਾਤਾਰ ਚੱਲਣ ਦੇ ਨਾਲ ਵੀ। ਤੇ ਇਹ ਹੁਣ ਆਪਾਂ ਨੂੰ ਆਪ ਜਿਹੜਾ ਅੰਦਾਜ਼ਾ ਲਾਉਣਾ ਚਾਹੀਦਾ ਹੈ ਕਿ ਕਿੱਦਾਂ ਇਹ ਯੁੱਧ ਜਿਹੜਾ ਸੀ ਉਹ ਕਈ ਮਹੀਨੇ ਚੱਲਦਾ ਹੈ। ਜਦੋਂ ਸ਼ਤਰੂਘਨ ਮਰਦਾ ਤਾਂ ਇੱਕ ਮੈਸੇਂਜਰ ਜਿਹੜੇ ਉਸ ਵਕਤ ਹੁੰਦੇ ਸੀ ਉਹ ਉੱਥੋਂ ਸੁਨੇਹਾ ਲੈ ਕੇ ਜਾਂਦਾ ਅਯੁੱਧਿਆ, ਫਿਰ ਉੱਥੇ ਸਭਾਵਾਂ ਬੈਠਦੀਆਂ, ਫਿਰ ਫੈਸਲਾ ਕੀਤਾ ਜਾਂਦਾ ਕਿ ਹੁਣ ਕੌਣ ਜਾਵੇਗਾ ਔਰ ਕਿੰਨੀ ਸੈਨਾ ਲੈ ਕੇ ਜਾਵੇਗਾ। ਇਹ ਸਾਰੇ ਪ੍ਰੋਸੀਜਰ ਜਿਹੜੇ 3-4 ਵਾਰ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ ਤਾਂ ਕੁਝ ਮਹੀਨਿਆਂ ਦਾ ਵਕਤ ਜਿਹੜਾ ਆ ਇਸ ਸਾਰੇ ਯੁੱਧ ਨੂੰ ਜਿਹੜਾ ਆ ਉਹ ਲੱਗ ਜਾਂਦਾ ਹੈ। ਚਲੋ ਖੈਰ, ਜਦੋਂ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਆ ਉਹ ਰਾਮਚੰਦਰ ਦੀ ਸਾਰੀ ਸੈਨਾ, ਉਹਦੇ ਭਰਾਵਾਂ ਨੂੰ ਜਦੋਂ ਹਾਰ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਸਾਰਿਆਂ ਨੂੰ ਮੂਰਛਿਤ ਕੀਤਾ ਜਾਂਦਾ ਹੈ, ਤਾਂ ਫਿਰ ਸੀਤਾ ਨੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਭਗਵਾਨ ਸਾਹਿਬ ਨੇ, ਕਿ ਬੜੇ ਦੁਖੀ ਹੋ ਕੇ ਉਹਨਾਂ ਨੇ ਇਸ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਫਰਿਆਦ ਕੀਤੀ ਕਿ ਤੁਸੀਂ ਮੈਨੂੰ ਆਪਣੀ ਪੁੱਤਰੀ ਬਣਾਇਆ ਹੈ ਔਰ ਮੈਂ ਅੱਜ ਆਪਣੇ ਪੁੱਤਰਾਂ ਦੇ ਹੱਥੋਂ ਵਿਧਵਾ ਹੋ ਰਹੀ ਹਾਂ, ਪਰ ਮੈਂ ਇੱਕ ਵਿਧਵਾ ਦੀ ਜ਼ਿੰਦਗੀ ਜਿਹੜੀ ਉਹ ਨਹੀਂ ਬਤੀਤ ਕਰਨਾ ਚਾਹੁੰਦੀ। ਸੋ ਕਿਰਪਾ ਕਰਕੇ ਤੁਸੀਂ ਜਿਹੜਾ ਹੈ ਮੇਰੇ ਤੇ ਕਿਰਪਾ ਕਰੋ, ਮੇਰੇ ਪਰਿਵਾਰ ਤੇ ਕਿਰਪਾ ਕਰੋ। ਤਾਂ ਭਗਵਾਨ ਵਾਲਮੀਕੀ ਮਹਾਰਾਜ ਨੇ ਇੱਕ ਐਸਾ ਅੰਮ੍ਰਿਤ ਜਿਹੜਾ ਹੈ ਉਹਨਾਂ ਨੇ ਤਿਆਰ ਕੀਤਾ। ਜਦੋਂ ਉਹ ਅੰਮ੍ਰਿਤ ਸਾਰਿਆਂ ਨੂੰ ਜਿਹੜਾ ਆ ਉਹ ਦਿੱਤਾ ਗਿਆ ਤਾਂ ਜਿਹੜਾ ਵੀ ਸੈਨਿਕ ਜਿੱਥੇ ਵੀ ਜਿਸ ਤਰੀਕੇ ਦੇ ਨਾਲ ਵੀ ਜਿਹੜਾ ਹੈ ਉਹ ਸੀ, ਕਿਉਂਕਿ ਜਦੋਂ ਆਪਾਂ ਕੁਝ ਮਹੀਨਿਆਂ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਆਪਾਂ ਇਹ ਵੀ ਸਾਨੂੰ ਗੱਲ ਜਿਹੜੀ ਧਿਆਨ 'ਚ ਰੱਖਣੀ ਪਵੇਗੀ ਕਿ ਇੱਕ ਸੈਨਿਕ ਜਾਂ ਕੋਈ ਵੀ ਇਨਸਾਨ ਜਿਹੜਾ ਆ ਉਹ ਸਭ ਤੋਂ ਪਹਿਲਾਂ ਜਿਹੜਾ ਆ ਮੂਰਛਿਤ ਹੋਇਆ ਹੋਵੇਗਾ ਤਾਂ ਕੁਝ ਮਹੀਨਿਆਂ ਬਾਅਦ ਉਹਦੀ ਬੋਡੀ ਜਿਹੜੀ ਆ ਉਹ ਕਿਸ ਤਰੀਕੇ ਦੀ ਹੋ ਗਈ ਹੋਵੇਗੀ। ਪਰ ਉਹ ਐਸਾ ਅੰਮ੍ਰਿਤ ਸੀ ਭਗਵਾਨ ਵਾਲਮੀਕੀ ਮਹਾਰਾਜ ਦਾ, ਜਿਸ ਅੰਮ੍ਰਿਤ ਨੇ ਉਹਨਾਂ ਸਾਰਿਆਂ ਨੂੰ ਬਿਲਕੁਲ ਫਿਰ 9/9 ਜਿਹੜਾ ਸੀ ਉਹ ਕਰ ਦਿੱਤਾ। ਔਰ ਇਸ ਦਿਨ ਨੂੰ, ਕਿਉਂਕਿ ਮੂਲ ਨਿਵਾਸੀ ਸਮਾਜ ਦੀਆਂ ਬਹੁਤ ਸਾਰੀਆਂ ਜਿਹੜੀਆਂ ਹਾਰਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਕਿਉਂਕਿ ਆਪਸੀ ਜਿਹੜੀਆਂ ਫੁੱਟ ਦਾ ਕਾਰਨ ਬਹੁਤ ਸਾਰੀਆਂ ਹਾਰਾਂ ਹੋਈਆਂ, ਪਰ ਇਹ ਇੱਕ ਬਹੁਤ ਵੱਡੀ ਜਿੱਤ ਸੀ, ਕਿਉਂਕਿ ਇੱਕ ਰਾਮ ਵਰਗਾ ਰਾਜਾ, ਆਪਣੇ ਆਪ ਨੂੰ ਚੱਕਰਵਰਤੀ ਰਾਜਾ ਸਮਝਣ ਵਾਲਾ ਸੀ, ਜਿਸ ਰਾਜੇ ਨੂੰ ਉਸ ਦਿਨ ਮੂਲ ਨਿਵਾਸੀਆਂ ਨੇ ਹਰਾਇਆ ਸੀ। ਸੋ ਇਸ ਦਿਨ ਨੂੰ ਵਿਜੇ ਦਿਵਸ ਦੇ ਨਾਲ ਜਿਹੜਾ ਸੀ ਉਹ ਮਨਾਇਆ ਜਾਂਦਾ ਸੀ। ਖੈਰ, ਜਦੋਂ ਰਾਮਚੰਦਰ ਉਹਨਾਂ ਨੂੰ ਫਿਰ ਉਹ ਜਦੋਂ ਸੁਰਜੀਤ ਹੁੰਦੇ ਆ ਤਾਂ ਰਾਮਚੰਦਰ ਫਿਰ ਉਹਨੂੰ ਜਦੋਂ ਪਤਾ ਲੱਗਦਾ ਕਿ ਲਵ ਕੁਸ਼ ਮੇਰੇ ਬੱਚੇ ਆ, ਮੈਂ ਉਹਨਾਂ ਦੇ ਹੱਥੋਂ ਹੀ ਹਾਰਿਆ ਸੀ, ਤਾਂ ਰਾਮਚੰਦਰ ਫਿਰ ਲਵ ਕੁਸ਼ ਨੂੰ ਆਖਦਾ ਕਿ ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਇੱਕ ਰਾਜੇ ਦੇ ਪੁੱਤਰ ਹੋ, ਸੋ ਤੁਸੀਂ ਹੁਣ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਜਿਹੜਾ ਆ ਉਹ ਆਪਣਾ ਰਾਜ ਜਿਹੜਾ ਆ ਉਹ ਮੈਂ ਤੁਹਾਨੂੰ ਸੌਂਪਾਂਗਾ। ਤਾਂ ਲਵ ਕੁਸ਼ ਨੇ ਰਾਮਚੰਦਰ ਨੂੰ ਸਾਫ਼ ਇਨਕਾਰ ਕਰ ਦਿੱਤਾ। ਉਹ ਕਹਿੰਦੇ ਕਿ ਨਹੀਂ, ਅਸੀਂ ਕਿਤੇ ਨਹੀਂ ਜਾਵਾਂਗੇ। ਤਾਂ ਰਾਮ ਨੇ ਉਹਨਾਂ ਨੂੰ ਫਿਰ ਸਮਝਾਇਆ ਕਿ ਤੁਹਾਨੂੰ ਜਿਹੜਾ ਹੈ ਜੰਗਲਾਂ ਦੇ ਵਿੱਚ ਹੁਣ ਰਹਿਣ ਦੀ ਲੋੜ ਨਹੀਂ, ਤੁਹਾਨੂੰ ਰਾਜ ਦੇ ਵਿੱਚ ਬਹੁਤ ਸਾਰੀਆਂ ਸੁੱਖ ਸੁਵਿਧਾਵਾਂ ਮਿਲਣਗੀਆਂ, ਤੁਹਾਡੇ ਨੌਕਰ ਤੁਹਾਡੇ ਆਲੇ ਦੁਆਲੇ ਘੁੰਮਣਗੇ, ਤੁਹਾਨੂੰ ਬੜਾ ਸੁੱਖ ਮਿਲੇਗਾ। ਤਾਂ ਲਵ ਕੁਸ਼ ਨੇ ਆਖਿਆ ਕਿ ਜੋ ਸੁੱਖ ਸਾਨੂੰ ਇਸ ਸਥਾਨ ਤੋਂ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਪ੍ਰਾਪਤ ਹੋਇਆ, ਇਹ ਸੁੱਖ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸਾਨੂੰ ਨਹੀਂ ਮਿਲ ਸਕਦਾ। ਫਿਰ ਰਾਮ ਨੇ ਸੋਚਿਆ ਕਿ ਇਹ ਤਾਂ ਹਲੇ ਬੱਚੇ ਨੇ, ਇਹਨਾਂ ਨੂੰ ਜਿਹੜੀਆਂ ਉਹ ਰਾਜ ਭਾਗ ਦੀਆਂ ਸੁੱਖ ਸੁਵਿਧਾਵਾਂ ਦਾ ਪਤਾ ਨਹੀਂ। ਤਾਂ ਉਹਨੇ ਸੀਤਾ ਨੂੰ ਆਖਿਆ ਕਿ ਇਹ ਸੀਤਾ, ਤੂੰ ਇੱਕ ਰਾਜੇ ਦੀ ਪੁੱਤਰੀ ਹੈ, ਇੱਕ ਰਾਜੇ ਦੀ ਪਤਨੀ ਹੈ, ਤੈਨੂੰ ਪਤਾ ਕਿ ਰਾਜ ਭਾਗ ਦੇ ਕੀ ਸੁੱਖ ਸੁਵਿਧਾਵਾਂ ਹੁੰਦੀਆਂ ਨੇ, ਕਿੰਨਾ ਸੁੱਖ ਹੁੰਦਾ ਹੈ। ਤੂੰ ਖੁਦ ਵੀ ਨਾਲ ਚੱਲ ਤੇ ਇਹਨਾਂ ਬੱਚਿਆਂ ਨੂੰ ਵੀ ਸਮਝਾ, ਇਹ ਵੀ ਆਪਣੇ ਨਾਲ ਚੱਲਣ, ਮੈਂ ਆਪਣਾ ਰਾਜ ਜਿਹੜਾ ਹੈ ਉਹ ਇਹਨਾਂ ਨੂੰ ਦੇਣਾ ਚਾਹੁੰਦਾ ਹਾਂ। ਤਾਂ ਸੀਤਾ ਨੇ ਆਖਿਆ ਕਿ ਤੁਸੀਂ ਮੇਰੇ ਪਤੀ ਪਰਮੇਸ਼ਵਰ ਹੋ, ਮੈਂ ਤੁਹਾਡਾ ਬਹੁਤ ਮਾਣ ਸਤਿਕਾਰ ਕਰਦੀ ਹਾਂ, ਪਰ 2 ਵਾਰ ਪਹਿਲਾਂ ਮੈਂ ਤੁਹਾਡੇ ਨਾਲ ਅਯੁੱਧਿਆ ਗਈ ਸੀ ਔਰ 2 ਵਾਰ ਹੀ ਮੈਨੂੰ ਜਿਹੜਾ ਹੈ ਉਹ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਪਹਿਲੀ ਵਾਰ ਜਦੋਂ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਗਏ ਤਾਂ ਥੋੜ੍ਹੇ ਸਮੇਂ ਬਾਅਦ ਹੀ ਆਪਾਂ ਨੂੰ ਜਿਹੜਾ ਆ ਉਹ ਬਨਵਾਸ ਦੇ ਵਿੱਚ ਜਾਣਾ ਪਿਆ, ਔਰ ਦੂਸਰੀ ਵਾਰ ਜਦੋਂ ਮੈਨੂੰ ਰਾਵਣ ਲੈ ਕੇ ਗਿਆ, ਤੁਸੀਂ ਉੱਥੋਂ ਮੈਨੂੰ ਲੈ ਕੇ ਆਏ, ਤਾਂ ਉੱਥੋਂ ਲਿਆਉਂਦਿਆਂ ਤੋਂ ਥੋੜ੍ਹੇ ਸਮੇਂ ਬਾਅਦ ਹੀ ਮੈਨੂੰ ਇਕੱਲੀ ਨੂੰ ਤੁਸੀਂ ਨੇ ਬਨਵਾਸ ਦੇ ਉੱਪਰ ਭੇਜ ਦਿੱਤਾ। ਤਾਂ ਮੈਨੂੰ ਤੁਹਾਡੇ ਨਾਲ ਉੱਥੇ ਰਹਿ ਕੇ ਜਿਹੜਾ ਹੈ ਉਹ ਕੋਈ ਸੁੱਖ ਪ੍ਰਾਪਤ ਨਹੀਂ ਹੋਇਆ। ਜੋ ਸੁੱਖ ਮੈਨੂੰ ਇਸ ਅਸਥਾਨ ਤੇ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਜੋ
ਗਿਆਨ ਰੂਪੀ ਸੁੱਖ ਜਿਹੜਾ ਮੈਨੂੰ ਮਿਲ ਗਿਆ ਹੈ, ਇਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਨਹੀਂ ਮਿਲੇਗਾ। ਤਾਂ ਜਦੋਂ ਰਾਮਚੰਦਰ ਨੇ ਇਹ ਵਿਚਾਰ ਸੀਤਾ ਤੋਂ ਸੁਣੇ ਤਾਂ ਉਹ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਪਿਆ। ਤਾਂ ਉੱਥੇ ਤੁਲਸੀਦਾਸ ਦੀ ਵੀ ਇੱਕ ਆਪਣੀ ਰਾਮਾਇਣ ਦੇ ਵਿੱਚ ਇੱਕ ਸ਼ਲੋਕ ਜਿਹੜਾ ਹੈ ਉਹ ਦਰਜ ਕੀਤਾ ਹੈ ਕਿ ਰਾਮਚੰਦਰ ਜਦੋਂ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਬੇਨਤੀ ਕਰਦਾ, ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਦੁਨੀਆ ਆਪ ਜੀ ਦੇ ਹੱਥ ਦੇ ਵਿੱਚ ਇੱਕ ਬੇਰ ਦੇ ਸਮਾਨ ਹੈ। ਸੋ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੀ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਤੇ ਹੁਣ ਕੀ ਹੋ ਰਿਹਾ ਹੈ। ਕਿਰਪਾ ਕਰਕੇ ਜੋ ਗਿਆਨ ਤੁਸੀਂ ਮੇਰੇ ਬੱਚਿਆਂ ਔਰ ਮੇਰੀ ਪਤਨੀ ਨੂੰ ਦਿੱਤਾ ਹੈ, ਉਹ ਗਿਆਨ ਮੇਰੇ ਤੇ ਵੀ ਉਸ ਗਿਆਨ ਦੀ ਵਰਖਾ ਕਰੋ, ਤਾਂ ਕਿ ਮੈਂ ਵੀ ਇਸ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਸੁੱਖ ਪ੍ਰਾਪਤ ਕਰ ਸਕਾਂ। ਤਾਂ ਉਸ ਵਕਤ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਰਾਮਚੰਦਰ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਆਖਿਆ ਕਿ ਹੇ ਰਾਮ, ਹੁਣ ਅਹੰਕਾਰ ਵਾਲਾ ਸਿਰ ਜਿਹੜਾ ਹੈ ਉਹ ਤੇਰੀ ਧੌਣ ਦੇ ਉੱਪਰ ਨਹੀਂ ਹੈ, ਸੋ ਹੁਣ ਤੈਨੂੰ ਜਿਹੜੀ ਹੈ ਉਹ ਗਿਆਨ ਦੀ ਪ੍ਰਾਪਤੀ ਜ਼ਰੂਰ ਕਰਵਾਵਾਂਗੇ। ਔਰ ਉਸ ਵਕਤ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਪਾਵਨ ਸ਼੍ਰੀ ਯੋਗਸ਼ਿਸ਼ ਦੀ ਜਿਹੜੀ ਕਥਾ ਉਹਨਾਂ ਨੇ ਲਵ ਕੁਸ਼, ਸੀਤਾ ਭਾਰਦਵਾਜ ਜੀ ਨੂੰ ਔਰ ਹੋਰ ਬਹੁਤ ਸਾਰੇ ਆਪਣੇ ਸ਼ਿਸ਼ਿਆਂ ਨੂੰ ਜਿਹੜੀ ਕਰਵਾਈ ਸੀ, ਉਸ ਵਕਤ ਉਹਨਾਂ ਨੇ ਰਾਮਚੰਦਰ ਨੂੰ ਵੀ ਉਹ ਜਿਹੜਾ ਗਿਆਨ ਯੋਗਸ਼ਿਸ਼ ਦੇ ਵਿੱਚੋਂ ਕਰਵਾਇਆ। ਤਾਂ ਫਿਰ ਰਾਮਚੰਦਰ ਉਸ ਦਿਨ, ਪੁੰਨਿਆਂ ਵਾਲੇ ਦਿਨ, ਹਰ ਸਾਲ ਉਸ ਸਥਾਨ ਤੇ ਤੀਰਥ ਕਰਨ ਜਿਹੜਾ ਸੀ ਉਹ ਜਾਂਦਾ ਸੀ। ਹਰ ਸਾਲ ਅਯੁੱਧਿਆ ਤੋਂ ਜਿੰਨਾ ਚਿਰ ਵੀ ਰਾਮ ਦੀ ਜ਼ਿੰਦਗੀ ਰਹੀ ਹੈ, ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਇਸ ਸਮੇਂ ਤੋਂ ਪਹਿਲਾਂ ਰਾਮ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ, ਪਰ ਉਹ ਗਿਆਨ ਹਾਸਲ ਕਰਨ ਤੋਂ ਬਾਅਦ ਰਾਮ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਲੜਾਈ ਦਾ ਜਿਹੜਾ ਆ ਉਹ ਵਰਣਨ ਨਹੀਂ ਹੁੰਦਾ, ਕਿਉਂਕਿ ਫਿਰ ਉਹਨੇ ਉਹ ਗਿਆਨ ਹਾਸਲ ਕੀਤਾ ਜਿਹੜਾ ਗਿਆਨ ਰਾਜੇ ਅਰਸ਼ਨੇਮੀ ਨੂੰ ਭਗਵਾਨ ਵਾਲਮੀਕੀ ਮਹਾਰਾਜ ਨੇ ਜਦੋਂ ਕਰਵਾਇਆ, ਉਹੀ ਗਿਆਨ ਉਹਨਾਂ ਨੇ ਰਾਮ ਨੂੰ ਕਰਵਾਇਆ। ਜਦੋਂ ਅਰਸ਼ਨੇਮੀ ਨੂੰ ਰਾਜ ਉਹਨਾਂ ਨੇ ਗਿਆਨ ਕਰਵਾਇਆ ਸੀ, ਤਾਂ ਅਰਸ਼ਨੇਮੀ ਕਹਿੰਦਾ ਕਿ ਹੇ ਗੁਰੂ ਜੀ, ਮੈਨੂੰ ਹੁਣ ਤੁਸੀਂ ਜੋ ਗਿਆਨ ਕਰਵਾ ਦਿੱਤਾ ਹੈ, ਮੈਨੂੰ ਹੁਣ ਰਾਜ ਭਾਗ ਦਾ ਕੋਈ ਵੀ ਮੋਹ ਨਹੀਂ ਰਿਹਾ, ਮੈਂ ਹੁਣ ਰਾਜ ਭਾਗ ਨਹੀਂ ਜਾਵਾਂਗਾ, ਮੈਂ ਇੱਥੇ ਹੀ ਆਪਣੀ ਜ਼ਿੰਦਗੀ ਬਤੀਤ ਕਰਾਂਗਾ। ਤਾਂ ਭਗਵਾਨ ਵਾਲਮੀਕੀ ਮਹਾਰਾਜ ਨੇ ਅਰਸ਼ਨੇਮੀ ਨੂੰ ਵੀ ਇਹੀ ਗੱਲ ਆਖੀ ਸੀ ਕਿ ਹੇ ਰਾਜਾ, ਤੈਨੂੰ ਗਿਆਨ ਇਸ ਕਰਕੇ ਨਹੀਂ ਕਰਵਾਇਆ ਕਿ ਤੂੰ ਇਸ ਸਥਾਨ ਤੇ ਆਪਣੀ ਜ਼ਿੰਦਗੀ ਬਤੀਤ ਕਰੇ, ਤੈਨੂੰ ਗਿਆਨ ਇਸ ਕਰਕੇ ਕਰਵਾਇਆ ਕਿਉਂਕਿ ਤੂੰ ਇੱਕ ਰਾਜਾ ਹੈ ਔਰ ਤੇਰੀ ਪ੍ਰਜਾ ਦੀਆਂ ਤੇਰੇ ਤੋਂ ਬਹੁਤ ਸਾਰੀਆਂ ਉਮੀਦਾਂ ਨੇ, ਪਰ ਹੁਣ ਤੇਰਾ ਰਾਜ ਭਾਗ ਜਿਹੜਾ ਹੈ ਉਹ ਹਰ ਜੀਵ ਦੇ ਹਿਤਕਾਰੀ ਹੋਵੇਗਾ। ਹੁਣ ਤੂੰ ਆਪਣਾ ਰਾਜ ਜਿਹੜਾ ਹੈ ਆਪਣੇ ਗਿਆਨ ਦੇ ਅਨੁਸਾਰ ਕਰੇਗਾ, ਤਾਂ ਉਸ ਰਾਜ ਦੇ ਜਿਹੜੇ ਲੋਕ ਫਿਰ ਉਸ ਤੋਂ ਬਾਅਦ ਬੜੇ ਸੁਖੀ ਔਰ ਉਸ ਰਾਜੇ ਦੇ ਹਮੇਸ਼ਾ ਹੱਕ ਦੇ ਵਿੱਚ ਖੜਨ ਵਾਲੇ ਰਹੇ ਨੇ। ਔਰ ਉਹੀ ਰਾਜ, ਉਹੀ ਗਿਆਨ ਭਗਵਾਨ ਵਾਲਮੀਕੀ ਮਹਾਰਾਜ ਨੇ ਰਾਮਚੰਦਰ ਨੂੰ ਕਰਵਾਇਆ, ਔਰ ਹਰ ਸਾਲ ਰਾਮ ਫਿਰ ਜਿੰਨੀ ਵੀ ਉਹਦੀ ਜ਼ਿੰਦਗੀ ਬਚੀ ਉਹ ਉਸ ਸਥਾਨ ਤੇ ਜਿਹੜਾ ਹੈ ਭਗਵਾਨ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਜਿਹੜਾ ਹਰ ਸਾਲ ਆਉਂਦਾ ਰਿਹਾ। ਔਰ ਜਦੋਂ ਰਾਜਾ ਰਾਮ, ਕਿਉਂਕਿ ਇੱਕ ਰਾਜਾ ਸੀ, ਉਹ ਉੱਥੇ ਆਉਂਦਾ ਸੀ, ਹੌਲੀ ਹੌਲੀ ਲੋਕਾਂ ਨੇ ਖੈਬਨ ਬਣ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਸਥਾਨ ਤੇ ਰਾਮ ਜਿਹੜਾ ਹੈ ਉਹ ਤੀਰਥ ਕਰਨ ਆਉਂਦਾ ਹੈ। ਔਰ ਜਦੋਂ ਰਾਮ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਉਸ ਸਥਾਨ ਤੇ ਹਰ ਸਾਲ ਫਿਰ ਵੀ ਜਿਹੜਾ, ਜਿਸ ਤਰ੍ਹਾਂ ਪੁਰਾਣੇ ਸਾਹਿਬ ਉਹਨਾਂ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਔਰ ਇੱਕ ਹਫ਼ਤਾ ਬਾਅਦ ਪੂਰੇ ਭਾਰਤ ਦੇ ਸਾਧੂ ਸੰਤ ਮਹਾਤਮਾ ਉੱਥੇ ਇਕੱਠੇ ਹੁੰਦੇ ਸਨ। ਤਾਂ ਲੋਕਾਂ ਦੇ ਵਿੱਚ ਚਰਚਾ ਆਮ ਸ਼ੁਰੂ ਹੋ ਗਈ ਕਿ ਅੱਜ ਦੇ ਦਿਨ ਇੱਥੇ ਰਾਜਾ ਰਾਮ ਜਿਹੜਾ ਸੀ ਉਹ ਤੀਰਥ ਕਰਨ ਆਉਂਦਾ ਸੀ। ਤਾਂ ਹੌਲੀ ਹੌਲੀ ਉਸ ਸਥਾਨ ਦਾ ਖੈਬੜ ਬਣ ਤੋਂ ਨਾਂ ਹੌਲੀ ਹੌਲੀ ਬਦਲ ਹੋ ਕੇ ਉਸ ਸਥਾਨ ਦਾ ਨਾਮ ਜਿਹੜਾ ਸੀ ਉਹ ਰਾਮ ਤੀਰਥ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਿਆ। ਤਾਂ ਕਰਕੇ ਅੱਜ ਵੀ ਲੋਕ ਉਸ ਸਥਾਨ ਨੂੰ ਰਾਮ ਤੀਰਥ ਦੇ ਨਾਮ ਦੇ ਨਾਲ ਬੁਲਾਉਂਦੇ ਆ, ਪਰ ਉਹ ਸਥਾਨ ਅਸਲ ਦੇ ਵਿੱਚ ਭਗਵਾਨ ਵਾਲਮੀਕੀ ਆਸ਼ਰਮ ਹੈ। ਸੋ ਇਹ ਥੋੜੀ ਜੀ ਗੱਲ ਜਿਸ ਤਰ੍ਹਾਂ ਆਪਾਂ ਦੱਸੀ ਕਿ ਜਿਸ ਤਰ੍ਹਾਂ ਭਗਵਾਨੀ ਸਾਹਿਬ ਨੇ, ਇੱਕ ਮੈਂ ਹੋਰ ਗੱਲ ਇੱਥੋਂ ਭੁੱਲ ਗਿਆ ਕਿ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਨੇ ਇਸ ਦਿਨ ਨੂੰ ਜਿਹੜਾ ਸੀ ਇੱਕ ਸੰਤ ਸਮਾਗਮ ਦੇ ਨਾਂ ਦੇ ਨਾਲ ਜਿਹੜਾ ਪ੍ਰਚਲਿਤ ਕੀਤਾ, ਉਹ ਇਸੇ ਕਰਕੇ ਕਿਉਂਕਿ ਉਸ ਰਾਮ ਦੇ ਯੁੱਧ ਤੋਂ ਬਾਅਦ, ਵਿਜੇ ਦਿਵਸ ਤੋਂ ਬਾਅਦ ਉਸ ਸਥਾਨ ਤੇ ਪੂਰੇ ਦੇਸ਼ ਦੇ ਸਾਧੂ ਸੰਤ ਮਹਾਤਮਾ ਇਕੱਠੇ ਹੋਇਆ ਕਰਦੇ ਸਨ, ਉਹ ਦਿਨ ਨੂੰ ਮਨਾਇਆ ਕਰਦੇ ਸਨ। ਤਾਂ ਉੱਥੇ ਸੰਤਾਂ ਦਾ ਸੰਮੇਲਨ ਹੋਣ ਦੇ ਨਾਲ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਨੇ ਵੀ ਇਸ ਦਿਨ ਨੂੰ ਜਿਹੜਾ ਸੰਤ ਸੰਮੇਲਨ ਦੇ ਨਾਂ ਦੇ ਨਾਲ, ਸੰਤ ਸਮਾਗਮ ਦੇ ਨਾਂ ਦੇ ਨਾਲ ਜਿਹੜਾ ਸੀ ਉਹ ਪ੍ਰਚਲਿਤ ਕੀਤਾ, ਲੋਕਾਂ ਦੇ ਵਿੱਚ ਪ੍ਰਚਾਰ ਕੀਤਾ। ਔਰ ਇਹ ਦਿਨ ਭਗਵਾਨੀ ਸਾਹਿਬ ਨੇ ਵੀ ਦੱਸਿਆ, ਜਗਤ ਗੁਰੂ ਵਾਲਮੀਕੀ ਮਹਾਰਾਜ ਮੰਦਿਰ ਗਿਆਨ ਆਸ਼ਰਮ, ਰੂਲ ਸਟਰੀਟ, ਬਰਮਿੰਘਮ ਵਿਖੇ ਬੜੇ ਲੰਬੇ ਸਮੇਂ ਤੋਂ ਇਹ ਦਿਨ ਜਿਹੜਾ ਹੈ ਇੱਥੇ ਮਨਾਇਆ ਜਾਂਦਾ ਹੈ ਹਰ ਸਾਲ।
ਔਰ ਇੱਕ ਮੈਂ ਹੋਰ ਇੱਥੇ ਗੱਲ ਜਿਹੜੀ ਉਹ ਮੈਂਸ਼ਨ ਕਰਨੀ ਚਾਹਾਂਗਾ, ਬਹੁਤ ਸਾਰੇ ਬਜ਼ੁਰਗਾਂ ਤੋਂ ਵੀ ਇਹ ਗੱਲਾਂ ਜਿਹੜੀਆਂ ਸੁਣੀਆਂ ਕਿ ਉਹ ਦੱਸਦੇ ਸਨ ਕਿ ਸਾਨੂੰ ਹੌਲੀ-ਹੌਲੀ ਜਦੋਂ ਉਸ ਸਥਾਨ ਤੇ ਬ੍ਰਾਹਮਣਵਾਦ ਦਾ ਜਿਹੜਾ ਜਦੋਂ ਰਾਜ ਹੋਣਾ ਸ਼ੁਰੂ ਹੋ ਗਿਆ, ਤਾਂ ਉਸ ਅਸਥਾਨ ਤੇ ਉਸ ਸਰੋਵਰ ਦੇ ਵਿੱਚੋਂ ਸਾਨੂੰ ਇਸ਼ਨਾਨ ਕਰਨ ਨਹੀਂ ਦਿੱਤਾ ਜਾਂਦਾ ਸੀ। ਸਾਨੂੰ ਇੱਕ ਬਾਲਟੀ ਪਾਣੀ ਦੀ, ਜਲ ਦੀ ਜਿਹੜੀ ਹੈ ਉਹ ਪੈਸੇ ਲੈ ਕੇ ਦਿੱਤੀ ਜਾਂਦੀ ਸੀ, ਔਰ ਉਸ ਸਰੋਵਰ ਤੋਂ ਦੂਰ ਜਾ ਕੇ ਸਾਨੂੰ ਜਿਹੜਾ ਸੀ ਉਹ ਇਸ਼ਨਾਨ ਕਰਨਾ ਪੈਂਦਾ ਸੀ। ਪਰ ਜਦੋਂ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਉਸ ਸਥਾਨ ਤੇ ਆਏ, ਉਹਨਾਂ ਨੇ ਉਸ ਸਥਾਨ ਤੇ ਆਣ ਕੇ ਉਸ ਸਥਾਨ ਨੂੰ ਉਹਨਾਂ ਨੇ ਦੁਨੀਆ ਦੇ ਵਿੱਚ ਭਗਵਾਨ ਵਾਲਮੀਕੀ ਆਸ਼ਰਮ ਦੇ ਨਾਂ ਦੇ ਨਾਲ ਜਦੋਂ ਪ੍ਰਗਟ ਕੀਤਾ, ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕੀਤੀ ਕਿ ਇਹ ਸਥਾਨ ਕਿਸੇ ਦਾ ਨਹੀਂ, ਇਹ ਸਾਡਾ ਹੀ ਹੈ, ਕਿਉਂਕਿ ਇਹ ਸਥਾਨ ਸਾਡੇ ਰਹਿਬਰ ਦਾ ਹੈ, ਸਾਡੇ ਪਰਮਾਤਮਾ ਦਾ ਹੈ। ਉਹਨਾਂ ਨੇ ਇਸ ਸਥਾਨ ਨੂੰ ਦੁਨੀਆ ਦੇ ਵਿੱਚ ਪ੍ਰਗਟ ਕੀਤਾ, ਤਾਂ ਵਾਲਮੀਕੀ ਸਮਾਜ ਨੇ ਉਸ ਸਥਾਨ ਨੂੰ ਜਿਹੜਾ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਪਤਾ ਲੱਗਾ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਤੋਂ ਕਿ ਇਹ ਸਥਾਨ ਭਗਵਾਨ ਵਾਲਮੀਕੀ ਮਹਾਰਾਜ ਦਾ ਹੈ, ਔਰ ਭਗਵਾਨ ਵਾਲਮੀਕੀ ਮਹਾਰਾਜ ਦਾ ਨਾਮ ਸਾਡੇ ਸਮਾਜ ਦੇ ਨਾਲ ਦੇ ਜਿਹੜਾ ਜੁੜਿਆ, ਇਸ ਕਰਕੇ ਉਹ ਸਾਡੇ ਰਹਿਬਰ ਨੇ, ਸਾਡੇ ਗੁਰੂ ਨੇ, ਤਾਂ ਇਹ ਸਥਾਨ ਵੀ ਜਿਹੜਾ ਹੈ ਉਹ ਸਾਡਾ ਹੀ ਹੈ। ਤਾਂ ਭਗਵਾਨ ਵਾਲਮੀਕੀ ਆਸ਼ਰਮ ਦਾ ਨਾਂ ਉਹਨਾਂ ਨੇ ਜਿੱਥੇ ਪ੍ਰਗਟ ਕੀਤਾ, ਤਾਂ ਉਸ ਸਰੋਵਰ ਚੋਂ ਜਿੱਥੇ ਉਹਨਾਂ ਨੂੰ ਇੱਕ ਬਾਲਟੀ ਜਲ ਦੀ ਜਿਹੜੀ ਮੁੱਲ ਲੈਣੀ ਪੈਂਦੀ ਸੀ, ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਸਦਕਾ ਉਸ ਸਰੋਵਰ ਦੇ ਵਿੱਚ ਹਰ ਇਨਸਾਨ ਜਿਹੜਾ ਸੀ ਆਮ ਇਨਸਾਨਾਂ ਦੇ ਵਾਂਗੂ ਜਾ ਕੇ ਇਸ਼ਨਾਨ ਜਿਹੜਾ ਹੈ ਉਹ ਕਰਿਆ ਕਰਦਾ ਸੀ। ਔਰ ਭਗਾਨੀਆ ਸਾਹਿਬ ਉਹਨਾਂ ਵੱਲ ਜਾਣ ਤੋਂ ਪਹਿਲਾਂ ਮੈਂ ਇੱਕ ਹੋਰ ਇੱਕ ਗੱਲ ਜਿਹੜੀ ਆ ਉਹ ਸਾਂਝੀ ਕਰਨਾ ਚਾਹਾਂਗਾ ਕਿ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਿਹੜੀ ਪੁੰਨਿਆਂ ਦੀ ਰਾਤ, ਇਹ ਜਿਹੜੀ ਵਿਜੇ ਦਿਵਸ ਵਾਲੀ ਰਾਤ ਜਿਹੜੀ ਹੈ, ਜਾਂ ਸੰਤ ਸੰਮੇਲਨ ਵਾਲੀ ਜਿਹੜੀ ਰਾਤ ਹੈ, ਅੰਮ੍ਰਿਤ ਵੇਲੇ ਉਸ ਸਰੋਵਰ ਦੇ ਵਿੱਚ ਕੀਤਾ ਹੋਇਆ ਇਸ਼ਨਾਨ, ਅੰਮ੍ਰਿਤ ਵੇਲੇ ਭਾਵ ਤਕਰੀਬਨ 3-4 ਵਜੇ, ਕਿਉਂਕਿ ਜਿਸ ਵਕਤ ਚੰਦਰਮਾ ਦੀ ਰੋਸ਼ਨੀ ਜਿਹੜੀ ਹੈ, ਪੂਰਨਮਾਸ਼ੀ ਦੇ ਚੰਦਰਮਾ ਦੀ ਰੋਸ਼ਨੀ ਜਿਹੜੀ ਉਹ ਜਲ ਦੇ ਉੱਪਰ ਪੈਂਦੀ ਹੈ, ਤਾਂ ਉਸ ਵਕਤ ਉੱਥੇ ਦਾ ਕੀਤਾ ਹੋਇਆ ਇਸ਼ਨਾਨ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਿਹੜਾ ਹੈ ਉਹ ਦੂਰ ਕਰਦਾ ਹੈ। ਕਿਉਂਕਿ ਸਾਇੰਟੀਫਿਕਲੀ ਜਦੋਂ ਆਪਾਂ ਦੇਖਦੇ ਹਾਂ ਕਿ ਚੰਦਰਮਾ ਦੀ ਜਿਹੜੀ ਰੋਸ਼ਨੀ ਹੈ ਉਹ ਇਨਸਾਨ ਦੀ ਬੋਡੀ ਦੇ ਵਾਸਤੇ ਬਹੁਤ ਜ਼ਿਆਦਾ ਗੁੱਡ ਹੈ। ਜਦੋਂ ਉਹ ਚੰਦਰਮਾ ਦੀ ਰੋਸ਼ਨੀ ਉਸ ਸਰੋਵਰ ਤੇ ਪੈਂਦੀ ਹੈ, ਉਸ ਵਕਤ ਉੱਥੇ ਕੀਤਾ ਹੋਇਆ ਇਸ਼ਨਾਨ ਜਿਹੜਾ ਹੈ ਉਹ ਇਨਸਾਨੀ ਸਰੀਰ ਦੇ ਵਾਸਤੇ ਉਹਦੀਆਂ ਬਿਮਾਰੀਆਂ ਤੋਂ ਉਹਨੂੰ ਬਹੁਤ ਸਾਰਾ ਜਿਹੜਾ ਹੈ ਉਹ ਛੁਟਕਾਰਾ ਦਿੰਦਾ ਹੈ। ਸੋ ਥੋੜ੍ਹੀ ਜਿਹੜੀ ਉਹਨਾਂ ਨੇ ਭਗਾਨੀਆ ਸਾਹਿਬ ਨੇ ਵਿੱਚੋਂ ਪੁਆਇੰਟ ਦੱਸੇ ਸੀ, ਮੈਂ ਉਹ ਕੋਸ਼ਿਸ਼ ਕੀਤੀ ਕਿ ਸੰਗਤਾਂ ਦੇ ਨਾਲ ਜਿਹੜਾ ਹੈ ਉਹ ਵਿਸਥਾਰ ਦੇ ਨਾਲ ਸਾਂਝੇ ਕੀਤੇ ਜਾਣ। ਸੋ ਅਗਰ ਕੋਈ ਪੁਆਇੰਟ ਰਹਿ ਵੀ ਗਿਆ ਹੋਵੇ ਤਾਂ ਮੈਂ ਭਗਾਨੀਆ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਉਹ ਜ਼ਰੂਰ ਕਲੀਅਰ ਕਰ ਦਿਓ, ਜਾਂ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਦਿਨ ਦੇ ਬਾਰੇ। ਪਿਆਰੀ ਸਾਧ ਸੰਗਤ ਜੀ, ਇਹ ਜੋ ਦਿਨ ਹੈਗਾ ਇਹ ਬਹੁਤ ਹੀ ਇੱਕ ਵਿਸ਼ਿਸ਼ਟ ਮੇਲਾ ਮਨਾਇਆ ਜਾਂਦਾ ਹੈ, ਜਿਸ ਤਰ੍ਹਾਂ ਕਿ ਪਹਿਲਾਂ ਵੀ ਕਹਿ ਚੁੱਕਾ ਕਿ ਇਹ ਜੁਗਾਂ ਜੁਗਾਂ ਤੋਂ ਚੱਲਿਆ ਆਉਂਦਾ ਹੈ ਜੀ। ਔਰ ਇਹਦੇ ਵਿੱਚ ਸੰਤ ਸਾਹਿਬ ਸਾਡੇ ਵਾਸਤੇ ਕੀ ਵਧੀਆ ਗੱਲ ਹੈ ਵੀ ਇਸ ਮੇਲੇ ਤੋਂ ਜਾਂ ਇਸ ਦਿਨ ਤੋਂ ਅਸੀਂ ਬਹੁਤ ਸਿੱਖਿਆ ਲੈ ਸਕਦੇ ਜੀ, ਬਿਲਕੁਲ। ਕਿਉਂਕਿ ਮੈਂ ਸਮਝਦਾ ਹਾਂ ਆਪਣੀ ਸੋਚ ਅਨੁਸਾਰ ਕਿ ਸਾਰਾ ਜਿਹੜਾ ਨਿਚੋੜ ਰਮਾਇਣ ਸਾਹਿਬ ਦਾ ਹੈ ਨਾ, ਇਸ ਮੇਲੇ ਤੇ ਨਿਕਲ ਜਾਂਦਾ। ਉਹ ਕਿਸ ਤਰੀਕੇ ਨਾਲ ਹੈਗਾ, ਦੇਖੋ ਆਪਾਂ ਰਮਾਇਣ ਸਾਹਿਬ ਪੜ੍ਹਦੇ ਹਾਂ, ਸੁਣਦੇ ਹਾਂ, ਉੱਤੇ ਚੱਲਦੇ ਵੀ ਹਾਂ, ਕੋਸ਼ਿਸ਼ ਕਰੀ ਦੀ ਵੀ ਚੱਲੀਏ ਵੀ। ਤੇ ਹੁਣ ਜੇ ਆਪਾਂ ਰਾਵਣ ਦੀ ਕਹਾਣੀ ਦੇਖੀ ਜਾਈਏ ਜੀ, ਦੇਖੋ ਰਾਮ ਕਿੰਨਾ ਮਤਲਬ ਗਿਆਨਵਾਨ ਹੋਇਆ, ਕਿੰਨਾ ਯੋਧਾ ਹੋਇਆ ਜੀ, ਰਾਵਣ ਜੀ। ਔਰ ਉਹ ਵੀ ਇਸ ਦੁਨੀਆ ਤੇ ਉਹਨੂੰ ਵੀ ਮਾਰਿਆ ਗਿਆ। ਕਿਉਂ ਮਾਰਿਆ ਗਿਆ? ਸਵਾਲ ਸਾਡੇ ਵਾਸਤੇ ਇਹ ਹੈ ਵੀ ਕਿਉਂ ਮਾਰਿਆ ਗਿਆ? ਕਿਉਂਕਿ ਉਹਦੇ ਵਿੱਚ ਵੀ ਹੰਕਾਰ ਆ ਗਿਆ ਸੀ ਜੀ, ਔਰ ਆਪਸੀ ਫੁੱਟ ਸੀ ਉਹਨਾਂ ਦੀ, ਆਪਸ ਵਿੱਚ ਫੁੱਟ ਵੀ ਸੀਗੀ। ਹਾਂ ਜੀ, ਫੁੱਟ ਫੇਰੀ ਪਈ ਨਾ ਜਦੋਂ ਹੰਕਾਰ ਆ ਗਿਆ, ਕੋਈ ਨਾ ਕੋਈ ਕਾਰਨ ਬਣਦਾ ਆ। ਸੋ ਜੇ ਹੁਣ ਦੂਜੀ ਤਰ੍ਹਾਂ ਦੇਖੀ ਜਾਈਏ ਕਿ ਰਾਮਾ ਚਲੇ ਜਾਈਏ ਜੀ, ਉਹ ਉਸ ਤਰੀਕੇ ਉੱਥੋਂ ਤੱਕ ਠੀਕ ਸੀ, ਲੇਕਿਨ ਜਦੋਂ ਰਾਜ ਭਾਗ ਵਿੱਚ ਆ ਗਿਆ ਉਹਦੇ ਵਿੱਚ ਵੀ ਹੰਕਾਰ ਆ ਗਿਆ ਜੀ, ਉਹਨੂੰ ਵੀ ਲਵ ਕੁਸ਼ ਨੇ ਮਾਰ ਦਿੱਤਾ ਜੀ। ਸੋ ਕਹਿਣ ਦਾ ਭਾਵ ਇਹੀ ਆ ਕਿ ਰਮਾਇਣ ਸਾਹਿਬ ਵਿੱਚ ਆਪਾਂ ਦੇਖੀਏ, ਜੇ ਅਗਰ ਆਪਾਂ ਭਗਵਾਨ ਵਾਲਮੀਕ ਮਹਾਰਾਜ ਦੀ ਸਿੱਖਿਆਵਾਂ ਵੱਲ ਚੱਲੀਏ ਤੇ ਭਗਵਾਨ ਵਾਲਮੀਕ ਮਹਾਰਾਜ ਨੇ ਇਸ ਰਮਾਇਣ ਸਾਹਿਬ ਦਾ ਕਿਸੇ ਹੀਰੋ ਨਹੀਂ ਬਣਾਇਆ ਜੀ, ਕਿਸੇ ਨੂੰ ਉਹਨਾਂ ਨੇ ਵਿਲਨ ਨਹੀਂ ਬਣਾਇਆ ਹੈ ਜੀ 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 ਜੀ। ਇਸ ਤੋਂ ਕਿਉਂਕਿ ਪਤਾ ਲੱਗਦਾ ਹੈ, ਕਿਉਂਕਿ ਜਿਹੜੇ ਸਾਡੇ ਵਿੱਚ 5 ਚੋਰ ਹੈ ਨਾ ਜੀ, ਇਹਨਾਂ ਦੇ ਵਿੱਚ ਸਾਨੂੰ ਕਾਬੂ ਪਾਉਣਾ ਪੈਂਦਾ ਹੈ। ਬਿਲਕੁਲ, ਜੇ ਅਸੀਂ ਇਹਨਾਂ ਦੇ ਕਾਬੂ ਪਾਵਾਂਗੇ ਤੇ ਫਿਰ ਹੀ ਉਸ ਪਰਮਾਤਮਾ ਨਾਲ ਦੀ ਕਹਿਣੀ ਸੈਣੀ ਦੇ ਵਿੱਚ ਰਹਿ ਸਕਦੇ ਹਾਂ ਜੀ।
ਸੋ ਜਿਸ ਤਰ੍ਹਾਂ ਕਿ ਦੱਸਿਆ ਹੈ ਕਿ ਰਮੈਨ ਸਾਹਿਬ ਇੱਕ ਐਸੀ ਚੀਜ਼ ਹੈਗੀ ਹੈ, ਜੇ ਅਸੀਂ ਚੱਲਾਂਗੇ ਤੇ ਅਸੀਂ ਆਪਣੇ ਜੀਵਨ ਨੂੰ ਅੱਛੇ ਢੰਗ ਨਾਲ ਬਤੀਤ ਕਰ ਸਕਦੇ ਹਾਂ। ਜੀ ਸੋ ਸਾਨੂੰ ਇਸ ਮੇਲੇ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਹੰਕਾਰ ਤੋਂ ਸਾਨੂੰ ਬਚਣਾ ਚਾਹੀਦਾ ਹੈ। ਜੀ ਜੇ ਸਾਨੂੰ ਉਸ ਮਾਲਿਕ ਨੇ ਚੀਜ਼ ਕੋਈ ਬਖਸ਼ਿਸ਼ ਹੈ, ਗਿਆਨ ਬਖਸ਼ਿਆ ਹੈ ਜਾਂ ਸਾਨੂੰ ਧਨ ਦੌਲਤ ਬਖਸ਼ੀ ਹੈ, ਤਾਂ ਸਾਨੂੰ ਇਹੀ ਸਮਝਣਾ ਚਾਹੀਦਾ ਹੈ ਕਿ ਉਸ ਮਾਲਿਕ ਦੇ ਕੁਝ ਟਾਈਮ ਵਾਸਤੇ ਸਾਨੂੰ ਦਿੱਤੀ ਹੈ। ਜੀ ਜੀ ਇਸ ਤਰੀਕੇ ਨਾਲ ਸਾਨੂੰ ਜੀ ਰਹਿਣਾ ਚਾਹੀਦਾ, ਨਾ ਕਿ ਸਾਨੂੰ ਉਹ ਚੀਜ਼ ਦਾ ਹੰਕਾਰ ਕਰਨਾ ਚਾਹੀਦਾ ਇਸ ਤਰੀਕੇ ਨਾਲ। ਜੀ ਜੀ ਸੋ ਇਸ ਕਰਕੇ ਇਹ ਜੋ ਮੇਲਾ ਹੈ ਬਹੁਤ ਹੀ ਇੱਕ ਵਿਸ਼ਿਸ਼ਟ ਮੇਲਾ ਹੈ, ਜੀ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ, ਜੀ ਕਿਉਂਕਿ ਇਦੋਂ ਕੋਈ ਵੱਡਾ ਮੇਲਾ ਨਹੀਂ ਗਾ ਹੈਗਾ। ਜੀ 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 ਜਿਹਦੇ ਵਿੱਚ ਸਾਨੂੰ ਬਹੁਤ ਵੱਡੀ ਸਿੱਖਿਆ, ਚਲੋ ਹਰ ਚੀਜ਼ ਦੇ ਵਿੱਚ ਹੀ ਜੀ ਸਿੱਖਿਆ ਮਿਲਦੀ ਹੈ, ਬਿਲਕੁਲ ਪਰ ਇਸ ਚੀਜ਼ ਦਾ ਮੈਂ ਸਮਝਦਾ ਹੈ ਮੈਂ ਸਾਦਾ ਸਾਰਾ ਨਿਚੋੜ ਇਹਦੇ ਵਿੱਚ ਕੀਤਾ ਹੈ। ਤੇ ਜਿਹੜੇ ਕਹਿ ਦਿੰਦੇ ਆ ਮੇਰੇ ਅੱਗੇ ਕਹਿ ਦਿੰਦੇ ਆ ਵੀ ਰਾਮਚੰਦਰ ਭਗਵਾਨ ਜੀ ਦਾ ਜੀ ਜੀ ਮਤਲਬ, ਜੀ 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 ਰਾਵਣ ਏਦਾਂ ਦਾ ਤੇ ਜਾਣ ਨਹੀਂ, ਸਮੇਂ ਦੀਆਂ ਗੱਲਾਂ ਸਾਰੀਆਂ ਜੀ ਹੈਗੀਆਂ। ਸੋ ਸਮੇਂ ਦੇ ਸਾਨੂੰ ਇਹੀ ਬਚ ਸਕਦੇ ਹਾਂ ਕਿ ਜੇ ਅਸੀਂ ਨਿਯਮਤਾ ਸਹਿ ਚੱਲਾਂਗੇ, ਪਿਆਰ ਸਤਿਕਾਰ ਇੱਕ ਦੂਜੇ ਦਾ ਕਰਾਂਗੇ। ਜੀ ਸੋ ਸੋਨੂੰ ਸਾਹਿਬ ਜੀ, ਇਸ ਮੇਲੇ ਤੋਂ ਮੈਨੂੰ ਤਾਂ ਇਹੀ ਕੁਛ ਮਿਲਦਾ ਹੈ ਜੀ ਬਿਲਕੁਲ ਤੇ ਅਸੀਂ ਧੰਨਵਾਦੀ ਹਾਂ ਸਾਹਿਬ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੇ, ਜਿਨ੍ਹਾਂ ਨੇ ਸਾਡੀ ਨਜ਼ਰਾਂ ਵਿੱਚ ਇਹ ਮੇਲਾ ਲਿਆਂਦਾ ਹੈ। ਜੀ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਕਿ ਇਸ ਮੇਲੇ ਨੂੰ ਅੱਛੇ ਢੰਗ ਨਾਲ, ਸੱਚੇ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਕਿਉਂਕਿ ਅਸੀਂ ਹੋਰ ਬੜੇ ਤਿਉਹਾਰ ਮਨਾਉਂਦੇ ਰਹਿੰਦੇ ਹਾਂ, ਜਿਹੜਾ ਭਗਵਾਨ ਵਾਲਮੀਕ ਮਹਾਰਾਜ ਨਾਲ ਵੱਡਾ ਲਿੰਕ ਹੈ ਇਸ ਜੀ ਮੇਲੇ ਦਾ ਨਾਲ, ਜੀ ਜੀ ਇਹ ਹੀ ਆ ਸਾਨੂੰ ਮਨਾਉਣਾ ਚਾਹੀਦਾ ਹੈ। ਜੀ ਹੁਣ ਜਿੱਦਾਂ ਕਿ ਦੀਵਾਲੀ ਵੀ ਆਪਾਂ ਮਨਾਉਂਦੇ ਹਾਂ, ਠੀਕ ਆਪਣੇ ਆਪਣੇ ਥਾਂ ਸਾਰੇ ਠੀਕ ਹੈਗੇ ਆ, ਪਰ ਸਾਡਾ ਐਕਚੁਅਲੀ ਜਿਹੜਾ ਇਸ ਮੇਲੇ ਦੇ ਨਾਲ ਲਿੰਕ ਹੈਗਾ ਭਗਵਾਨ ਵਾਲਮੀਕ ਨਾਲ, ਉਹ ਜੁੜਿਆ ਹੋਇਆ ਹੈ। ਔਰ ਇਸ ਕਰਕੇ ਹੀ ਸਾਹਿਬ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਨੇ ਇਸ ਮੇਲੇ ਨੂੰ ਜ਼ਿਆਦਾ ਰੱਖਿਆ, ਜ਼ਿਆਦਾ ਪ੍ਰਚਲਿਤ ਕੀਤਾ, ਕਿਉਂਕਿ ਜਿਸ ਤਰ੍ਹਾਂ ਕਿ ਭਗਵਾਨ ਵਾਲਮੀਕ ਮਹਾਰਾਜ ਦੀ ਜਿਹੜੀ ਸਿੱਖਵਾਂ ਸੀਗੀ ਜਾਂ ਉਹਨਾਂ ਦਾ ਨਾਮ ਕੋਸ਼ਿਸ਼ ਕੀਤੀ ਗਈ ਸੀ ਵੀ ਉਹਨੂੰ ਇੱਥੋਂ ਮਿਟਾਇਆ ਜਾਵੇ, ਜੀ ਪਰ ਜੀ ਨਹੀਂ, ਸਾਹਿਬ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੀ ਇਹ ਬਹੁਤ ਵੱਡੀ ਕਿਰਪਾਨੀ ਹੈਗੀ ਹੈ, ਜੀ ਜੀ ਜਿਹੜੀ ਕਿ ਉਹਨਾਂ ਨੇ ਇੱਕ ਤਾਂ ਤੀਰਥ ਯਾਦ ਕੀਤਾ, ਦੂਜੀ ਉਹਨਾਂ ਦੀਆਂ ਸਿੱਖਵਾਂ ਜਿਹੜੀਆਂ ਸਾਡੀ ਨਜ਼ਰ ਵਿੱਚ ਲਿਆਂਦੀਆਂ, ਜੀ ਤੀਜਾ ਜੋ ਮੇਲਾ ਹੈਗਾ ਆ ਉਹ ਵੀ ਸਾਡੀ ਨਜ਼ਰ ਚ ਲੈਂਦਾ ਹੈ। ਜੀ ਸੋ ਤੁਹਾਨੂੰ ਸਭ ਜੀ ਬਿਲਕੁਲ ਜੀ, ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਜਿੰਨਾ ਵੀ ਸ਼ੁਕਰਾਨਾ ਧੰਨਵਾਦ ਕੀਤਾ ਜਾਵੇ ਜਿਹੜਾ ਹੈ ਉਹ ਸਾਡੇ ਲਈ ਉਨਾ ਹੀ ਥੋੜ੍ਹਾ ਹੈ। ਔਰ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਇਹਦੇ ਤੋਂ ਮਿਲਦੀਆਂ, ਔਰ ਇੱਕ ਬਹੁਤ ਵੱਡੀ ਹੋਰ ਵੀ ਸਿੱਖਿਆ ਜਿਹੜੀ ਸਾਡੀ ਆਮ ਜ਼ਿੰਦਗੀ ਦੇ ਨਾਲ ਜਿਹੜੀ ਉਹ ਰਿਲੇਟਡ ਹੈ ਕਿ ਜਦੋਂ ਵੀ ਸਾਡੇ ਹੱਕ ਤੇ ਜਿਹੜਾ ਹੈ ਉਹ ਡਾਕਾ ਮਾਰਿਆ ਜਾਂਦਾ ਜਾਂ ਸਾਡੇ ਹੱਕਾਂ ਨੂੰ ਦਬਾਇਆ ਜਾਂਦਾ, ਇੱਥੇ ਭਗਵਾਨ ਵਾਲਮੀਕੀ ਮਹਾਰਾਜ ਨੇ ਉਹ ਵੀ ਸਾਨੂੰ ਜਿਹੜਾ ਹੈ ਸਿਖਾਇਆ ਹੈ। ਜਿਸ ਤਰ੍ਹਾਂ ਲਵ ਕੁਸ਼ ਨੂੰ ਉਹਨਾਂ ਨੇ ਸਿੱਖਿਆ ਦਿੱਤੀ, ਸਾਰੀਆਂ ਨੀਤੀਆਂ ਸਮਝਾਈਆਂ ਉਹਨਾਂ ਨੂੰ ਵੀ ਇਹ ਕਿ ਤੁਸੀਂ ਇੱਕ ਰਾਜੇ ਦੇ ਪੁੱਤਰ ਵੀ ਹੋ ਔਰ ਤੁਹਾਡਾ ਰਾਜ ਜਿਹੜਾ ਹੈ ਉਹ ਤੁਹਾਡੇ ਤੋਂ ਖੋਇਆ ਗਿਆ ਹੈ, ਔਰ ਉਸ ਤੁਹਾਡੀ ਜਿਹੜੀ ਉਹਨਾਂ ਨੇ ਦੱਸਿਆ ਕਿ ਤੁਹਾਡੀ ਮਾਤਾ ਨੂੰ ਉਹਨਾਂ ਜਿਹੜਾ ਹੈ ਉਹ ਜੰਗਲਾਂ ਦੇ ਵਿੱਚ ਜਿਹੜਾ ਹੈ ਉਹ ਭਟਕਣਾ ਪਿਆ, ਔਰ ਉਹ ਜਿਹੜੀਆਂ ਚੀਜ਼ਾਂ ਉਹ ਹੱਕ ਜਿਹੜੇ ਸੀ ਉਹਨਾਂ ਹੱਕਾਂ ਦੀ ਖਾਤਰ ਵੀ ਲਵ ਕੁਸ਼ ਨੇ ਜਿਹੜੀ ਲੜਾਈ ਕੀਤੀ। ਤੇ ਸਾਨੂੰ ਇਹ ਵੀ ਜਿਹੜਾ ਹੈ ਉਹ ਸਿੱਖਣ ਨੂੰ ਮਿਲਦਾ ਕਿ ਅਗਰ ਅੱਜ ਸਾਡੇ ਵੀ ਹੱਕਾਂ ਤੇ ਕੋਈ ਅਗਰ ਜਿਹੜਾ ਆ ਉਹ ਹੱਕਾਂ ਨੂੰ ਦੱਬਿਆ ਜਾਂਦਾ ਤੇ ਸਾਨੂੰ ਵੀ ਉਹਦੇ ਲਈ ਜਿਹੜਾ ਆ ਉਹ ਲੜਨਾ ਜ਼ਰੂਰੀ ਹੈ, ਸਾਡੇ ਵਾਸਤੇ ਵੀ ਬੋਲਣਾ ਜ਼ਰੂਰੀ ਹੈ, ਕਿਉਂਕਿ ਅੱਜ ਦਾ ਸਮਾਂ ਜਿਹੜਾ ਆ ਉਹ ਡਿਫਰੈਂਟ ਹੈ। ਅਸੀਂ ਕੋਰਟ 'ਚ ਜਾ ਸਕਦੇ ਹਾਂ, ਕਚਹਿਰੀਆਂ 'ਚ ਜਾ ਸਕਦੇ ਹਾਂ, ਤੇ ਇਸ ਤਰੀਕੇ ਦੀ ਲੜਾਈ ਜਿਹੜੀ ਹੈ ਉਹ ਅੱਜ ਅਸੀਂ ਲੜ ਸਕਦੇ ਹਾਂ, ਪਰ ਸਾਨੂੰ ਜਾਗਰੂਕ, ਸਾਨੂੰ ਗਿਆਨਵਾਨ ਜਿਹੜਾ ਆ ਉਹ ਜ਼ਰੂਰ ਹੋਣਾ ਪਵੇਗਾ। ਔਰ ਇਸ ਮੇਲੇ ਤੋਂ ਸਾਨੂੰ ਬਹੁਤ ਕੁਝ ਜਿਹੜਾ ਆ ਉਹ ਸਿੱਖਣ ਨੂੰ ਮਿਲਦਾ, ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਨਾ ਚਾਹਾਂਗਾ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਜ਼ਰੂਰ ਦੱਸੋ, ਤਾਂ ਕਿ ਸਾਡੇ ਬੱਚੇ ਜਿਹੜੇ ਹੈ ਉਹ ਸਰੀਰਕ ਵੀ ਔਰ ਮਾਨਸਿਕ ਤੌਰ 'ਤੇ ਵੀ ਜਿਹੜੇ ਹੈ ਉਹ ਸਟਰੋਂਗ ਹੋ ਸਕਣ। ਸੋ ਬਨੇ ਸਾਹਿਬ ਹੁਣ ਇਜਾਜ਼ਤ ਲਈਏ ਜੀ, ਕਿਉਂਕਿ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ ਜੀ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਥੈਂਕ ਯੂ ਸੋ ਮਚ ਸਾਹਿਬ। ਸੋ ਹੁਣ ਆਪਾਂ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਲਈ ਆਪ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ, ਔਰ
ਉਸ ਪ੍ਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਹਾਂ ਪੂਰੇ ਸੰਸਾਰ ਦੇ ਵਾਸਤੇ ਕਿ ਆਪਣੇ ਅੰਮ੍ਰਿਤ ਦੀ ਵਰਖਾ ਇਸ ਸੰਸਾਰ ਦੇ ਵਿੱਚ ਕਰੋ, ਤਾਂ ਕਿ ਸੰਸਾਰ ਵਿੱਚ ਜਿੰਨੇ ਦੁਖੀ ਬਿਮਾਰ ਲੋਕ ਨੇ ਸਾਰਿਆਂ ਨੂੰ ਤੰਦਰੁਸਤੀ ਮਿਲੇ, ਹਰ ਇਨਸਾਨ ਆਪਣਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ। ਆਪਣੀ ਗਿਆਨ ਦੀ ਵਰਖਾ ਕਰੋ ਤਾਂ ਕਿ ਸੰਸਾਰ ਦੇ ਸਭ ਪ੍ਰਾਣੀ ਆਪ ਹੀ ਦੀ ਬਾਣੀ ਤੋਂ ਗਿਆਨ ਹਾਸਲ ਕਰਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਣ। ਔਰ ਆਪਣੇ ਵਾਸਤੇ ਇਹੀ ਅਰਦਾਸ कि का करता हो जगत की सुन लो मेरी ढेर, आप ही करो दयालता मैं कमियों का हूँ ढेर। ये परमात्मा इस शरीर चों दिमाग चों कमियां पेशियां नूं दूर करो ताकि चंगे इंसान बन सकीए और आप जी की बाणी अनुसार चलन का यतन कर सकीए। अखीर दे विच आप सारे दे अंदर बैठे उस परमात्मा नूं कोट नमस्कार। उस परमात्मा ने चाहया तो फिर जल्दी ही मुलाकात होगी। तब तक के लिए खुश रहो, आबाद रहो। जिंदगी के हर मोड़ ते परमात्मा तुहानूं एक नवीं खुशी बख्शिश करे। जय वाल्मीकि जी।